ਜਦੋਂ ਪਾਪਾ ਜਿਉਂਦੇ ਸਨ ਤਾਂ ਉਸ ਵੇਲੇ ਵੀ ਭਾਬੀ ਘਰ ਵਿੱਚ ਲੜਾਈ ਝਗੜਾ ਕਰਦੀ ਸੀ। ਮੇਰਾ ਭਾਈ ਹਰ ਵਾਰ ਆਪਣੀ ਪਤਨੀ ਦੀ ਹੀ ਤਰਫਦਾਰੀ ਕਰਦਾ ਸੀ। ਤਾਂ ਮੇਰੇ ਪਾਪਾ ਕਹਿੰਦੇ ਸਨ ਕਿ ਮੇਰੇ ਤੋਂ ਬਾਅਦ ਤੁਹਾਡਾ ਕੀ ਹੋਵੇਗਾ। ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਦੋਵੇਂ ਪਤੀ ਪਤਨੀ ਤੁਹਾਨੂੰ ਦੋਵਾਂ ਨੂੰ ਜ਼ਿਆਦਾ ਦਿਨ ਤੱਕ ਬਰਦਾਸ਼ਤ ਕਰ ਸਕਣਗੇ। ਪਾਪਾ ਨੂੰ ਸ਼ਾਇਦ ਪਹਿਲਾਂ ਤੋਂ ਹੀ ਪਤਾ ਸੀ ਕਿ ਉਹ ਜਲਦੀ ਹੀ ਇਸ ਦੁਨੀਆ ਤੋਂ ਚਲੇ ਜਾਣਗੇ ਅਤੇ ਸਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਹੋਵੇਗਾ। ਪਾਪਾ ਨੂੰ ਗਏ ਹੋਏ ਹਲੇ 1 ਸਾਲ ਹੀ ਹੋਇਆ ਸੀ ਕਿ ਵੀਰ ਜੀ ਨੇ ਸਾਡੇ ਤੋਂ ਅੱਖਾਂ ਫੇਰ ਲਈਆਂ। ਉਹਨਾਂ ਨੇ ਮੰਮੀ ਦੇ ਇਲਾਜ ਲਈ ਪੈਸੇ ਦੇਣੇ ਬੰਦ ਕਰ ਦਿੱਤੇ ਸਨ। ਮੰਮੀ ਇੱਕ ਸ਼ੂਗਰ ਪੇਸ਼ੈਂਟ ਸੀ ਅਤੇ ਉਹਨਾਂ ਨੂੰ ਥਾਇਰਾਇਡ ਵੀ ਸੀ। ਮੰਮੀ ਨੂੰ ਰੋਜ਼ ਦਵਾਈ ਖਾਣੀ ਪੈਂਦੀ ਸੀ, ਪਰ ਜਦੋਂ ਵੀਰ ਜੀ ਨੇ ਪੈਸੇ ਦੇਣ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਤਾਂ ਮੰਮੀ ਨੇ ਦਵਾਈ ਖਾਣੀ ਬੰਦ ਕਰ ਦਿੱਤੀ, ਜਿਸ ਕਰਕੇ ਮੰਮੀ ਦੀ ਤਬੀਅਤ ਬਹੁਤ ਖਰਾਬ ਰਹਿਣ ਲੱਗੀ ਸੀ। ਉਹ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਉਹਨਾਂ ਦੀ ਹਾਲਤ ਦੇਖ ਕੇ ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਸੀ, ਪਰ ਮੈਂ ਆਪਣੇ ਮੰਮੀ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਵੀਰ ਜੀ ਨੇ ਤਾਂ ਪਹਿਲਾਂ ਹੀ ਆਪਣੀਆਂ ਅੱਖਾਂ ਫੇਰ ਲਈਆਂ ਸਨ ਅਤੇ ਹੁਣ ਉਹ ਸਾਡੇ ਖਾਣ ਪੀਣ ਦੇ ਖਰਚੇ ਤੋਂ ਵੀ ਪਰਹੇਜ਼ ਕਰ ਰਿਹਾ ਸੀ। ਸਾਫ਼ ਸ਼ਬਦਾਂ ਵਿੱਚ ਕਹਾਂ ਤਾਂ ਹੁਣ ਉਹ ਆਪਣਾ ਚੁੱਲ੍ਹਾ ਚੌਂਕਾ ਵੀ ਅਲੱਗ ਕਰਨਾ ਚਾਹੁੰਦਾ ਸੀ। ਮੰਮੀ ਬਹੁਤ ਪਰੇਸ਼ਾਨ ਸੀ। ਉਹ ਬਸ ਹੰਝੂ ਵਹਾ ਰਹੀ ਸੀ। ਮੈਂ ਉਹਨਾਂ ਨੂੰ ਬਾਰ-ਬਾਰ ਦਿਲਾਸਾ ਦੇ ਰਹੀ ਸੀ, ਪਰ ਹਰ ਵਾਰ ਉਹ ਮੈਨੂੰ ਇਹੀ ਸਵਾਲ ਕਰਦੀ ਸੀ ਕਿ ਸਾਡਾ ਕੀ ਹੋਵੇਗਾ, ਸਾਡੇ ਖਾਣ ਪੀਣ ਦਾ ਇੰਤਜ਼ਾਮ ਕਿੱਥੋਂ ਹੋਵੇਗਾ। ਮੈਂ ਵੀ ਚੁੱਪ ਕਰ ਜਾਂਦੀ, ਕਿਉਂਕਿ ਮੰਮੀ ਦੇ ਸਵਾਲਾਂ ਦੇ ਜਵਾਬ ਮੇਰੇ ਕੋਲ ਵੀ ਨਹੀਂ ਸਨ। ਮੈਂ ਅਤੇ ਮੰਮੀ ਆਪਣੀ ਹੀ ਪਰੇਸ਼ਾਨੀ ਵਿੱਚ ਉਲਝੀਆਂ ਹੋਈਆਂ ਬੈਠੀਆਂ ਸੀ ਕਿ ਭਾਬੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਆਈ ਅਤੇ ਬੜੇ ਰੋਹਬ ਨਾਲ ਬੋਲੀ, ਅੱਜ ਰਸੋਈ ਵਿੱਚ ਕੋਈ ਜਾਵੇਗਾ ਜਾਂ ਨਹੀਂ? ਅਜਿਹਾ ਲੱਗਦਾ ਹੈ ਜਿਵੇਂ ਕਿਸੇ ਦੀ ਮੌਤ ਹੋਈ ਹੈ, ਜਿਸ ਦਾ ਸ਼ੋਕ ਮਨਾਇਆ ਜਾ ਰਿਹਾ ਹੈ। ਤੁਹਾਨੂੰ ਪਤਾ ਵੀ ਹੈ ਮੈਂ ਪ੍ਰੈਗਨੈਂਟ ਹਾਂ। ਮੈਨੂੰ 6ਵਾਂ ਮਹੀਨਾ ਲੱਗਿਆ ਹੋਇਆ ਹੈ। ਇਹਨਾਂ ਦਿਨਾਂ ਵਿੱਚ ਔਰਤਾਂ ਨੂੰ ਉਂਝ ਵੀ ਬਹੁਤ ਭੁੱਖ ਲੱਗਦੀ ਹੈ ਅਤੇ ਤੁਸੀਂ ਦੋਵੇਂ ਮਾਂ ਧੀ ਕੰਮ ਚੋਰ ਬਣ ਕੇ ਇੱਥੇ ਬੈਠੀਆਂ ਹੋ। ਰਸੋਈ ਵਿੱਚ ਜਾ ਕੇ ਕੁਝ ਖਾਣ ਪੀਣ ਲਈ ਬਣਾਓ, ਮੇਰਾ ਜੀ ਘਬਰਾ ਰਿਹਾ ਹੈ। ਮੰਮੀ ਭਾਬੀ ਦੀ ਗੱਲਾਂ ਸੁਣ ਕੇ ਇੱਕਦਮ ਉੱਠ ਕੇ ਬੈਠ ਗਈ। ਮੈਂ ਮੰਮੀ ਦਾ ਹੱਥ ਫੜ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਕਿਹਾ, ਭਾਬੀ ਜਦੋਂ ਅਸੀਂ ਕੁਝ ਖਾਣਾ ਹੀ ਨਹੀਂ ਹੈ ਤਾਂ ਅਸੀਂ ਕਿਉਂ ਬਣਾਈਏ? ਸਾਡੇ ਕੋਲ ਤਾਂ ਪੈਸੇ ਵੀ ਨਹੀਂ ਹਨ ਜੋ ਅਸੀਂ ਆਪਣੇ ਲਈ ਸਬਜ਼ੀ ਲੈ ਆਈਏ, ਅਤੇ ਨਾ ਹੀ ਆਟਾ ਹੈ ਜਿਸ ਨਾਲ ਰੋਟੀ ਬਣਾ ਸਕੀਏ। ਵੀਰ ਜੀ ਹੀ ਇੱਕ ਸਹਾਰਾ ਸੀ ਜਿਸ ਨੂੰ ਤੁਸੀਂ ਖੋਹ ਲਿਆ ਹੈ। ਹੁਣ ਅਸੀਂ ਰਸੋਈ ਵਿੱਚ ਜਾ ਕੇ ਕੀ ਕਰੀਏ? ਤੁਸੀਂ ਆਪਣੇ ਲਈ ਅਤੇ ਆਪਣੇ ਪਤੀ ਲਈ ਰੋਟੀ ਬਣਾਓ ਅਤੇ ਖਾਓ, ਸਾਨੂੰ ਤੰਗ ਨਾ ਕਰੋ। ਭਾਬੀ ਮੈਨੂੰ ਕਹਿਣ ਲੱਗੀ, ਤੂੰ ਬਹੁਤ ਬਦਤਮੀਜ਼ ਅਤੇ ਬੇਸ਼ਰਮ ਹੋ ਗਈ ਹੈ। ਬੇਗਾਨੇ ਘਰ ਜਾ ਕੇ ਕੀ ਕਰੇਂਗੀ? ਮੈਨੂੰ ਤਾਂ ਲੱਗਦਾ ਹੈ ਤੂੰ ਜਲਦੀ ਹੀ ਤਲਾਕ ਲੈ ਕੇ ਸਾਡੇ ਸਿਰ ਤੇ ਆ ਕੇ ਬੈਠ ਜਾਵੇਂਗੀ। ਮੈਂ ਕਿਹਾ, ਪਤਾ ਨਹੀਂ ਮੈਂ ਜ਼ਿਆਦਾ ਬਦਤਮੀਜ਼ ਹਾਂ ਜਾਂ ਤੁਸੀਂ। ਕਿਸ ਤਰ੍ਹਾਂ ਤੁਸੀਂ ਬੇਸ਼ਰਮ ਹੋ ਕੇ ਮੰਮੀ ਤੋਂ ਉਸਦੇ ਕਲੇਜੇ ਦਾ ਟੁਕੜਾ, ਉਸਦਾ ਮੁੰਡਾ ਖੋਹ ਲਿਆ ਹੈ। ਉਸ ਸਮੇਂ ਤੋਂ ਡਰੋ ਜਦੋਂ ਰੱਬ ਤੁਹਾਡੀ ਕੁੱਖ ਵਿੱਚੋਂ ਤੁਹਾਡੀ ਔਲਾਦ ਨੂੰ ਖੋਹ ਲਵੇਗਾ। ਮੇਰੀ ਕੈਂਚੀ ਵਰਗੀ ਚਲਦੀ ਹੋਈ ਜ਼ੁਬਾਨ ਨੂੰ ਅਚਾਨਕ ਵੀਰ ਜੀ ਦੇ ਥੱਪੜ ਨੇ ਰੋਕ ਲਿਆ। ਮੈਨੂੰ ਨਹੀਂ ਪਤਾ ਸੀ ਕਿ ਵੀਰ ਜੀ ਘਰ ਆ ਚੁੱਕਿਆ ਹੈ। ਉਸਨੇ ਜਦੋਂ ਮੇਰੇ ਸ਼ਬਦ ਸੁਣੇ ਤਾਂ ਉਹ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਅਤੇ ਆਉਂਦੇ ਹੀ ਉਸਨੇ ਮੇਰੇ ਮੂੰਹ ਤੇ ਥੱਪੜ ਜੜ ਦਿੱਤਾ। ਮੈਂ ਥਰ-ਥਰ ਕੰਬਣ ਲੱਗੀ ਸੀ, ਕਿਉਂਕਿ ਅੱਜ ਤੱਕ ਮੇਰੇ ਉੱਪਰ ਕਿਸੇ ਨੇ ਵੀ ਹੱਥ ਨਹੀਂ ਚੁੱਕਿਆ ਸੀ। ਮੈਂ ਭੱਜਦੀ ਹੋਈ ਕਮਰੇ ਵਿੱਚ ਆ ਗਈ। ਮੰਮੀ ਵੀ ਮੇਰੇ ਪਿੱਛੇ ਆ ਗਈ ਸੀ। ਮੰਮੀ ਬਹੁਤ ਗੁੱਸੇ ਵਿੱਚ ਲੱਗ ਰਹੀ ਸੀ। ਉਹ ਕਹਿਣ ਲੱਗੀ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹੋਏ। ਤੂੰ ਮੇਰੇ ਪੋਤੇ ਨੂੰ ਸ਼ਰਾਪ ਦੇ ਰਹੀ ਹੈ। ਤੈਨੂੰ ਕੋਈ ਵੀ ਗਿਲਾ ਸ਼ਿਕਵਾ ਸੀ ਤਾਂ ਤੂੰ ਆਪਣੀ ਭਾਬੀ ਨੂੰ ਕਹਿ ਲੈਂਦੀ। ਉਸ ਨੰਨੀ ਜਿਹੀ ਮਾਸੂਮ ਜਾਨ ਨੇ ਤਾਂ ਕੁਝ ਵੀ ਨਹੀਂ ਕੀਤਾ। ਹਲੇ ਤਾਂ ਉਹ ਇਸ ਦੁਨੀਆ ਵਿੱਚ ਆਇਆ ਵੀ ਨਹੀਂ ਅਤੇ ਤੂੰ ਉਸ ਨੂੰ ਇਸ ਤਰ੍ਹਾਂ ਦੀਆਂ ਬਦਦੁਆਵਾਂ ਦੇਣ ਲੱਗੀ ਹੈ। ਮੈਂ ਬਹੁਤ ਜ਼ਿਆਦਾ ਡਰ ਗਈ ਸੀ। ਮੈਂ ਮੰਮੀ ਦੇ ਗਲੇ ਲੱਗ ਗਈ ਅਤੇ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਕਿਹਾ, ਮੰਮੀ ਮੈਨੂੰ ਨਹੀਂ ਪਤਾ ਮੇਰੇ ਮੂੰਹ ਵਿੱਚੋਂ ਇਹ ਸਭ ਕਿਵੇਂ ਨਿਕਲ ਗਿਆ। ਮੇਰਾ ਇਹ ਮਤਲਬ ਨਹੀਂ ਸੀ। ਮੈਂ ਉਸ ਛੋਟੇ ਜਿਹੇ ਬੱਚੇ ਨੂੰ ਬਦਦੁਆ ਨਹੀਂ ਦੇਣਾ ਚਾਹੁੰਦੀ ਸੀ। ਮੈਂ ਤਾਂ ਭਾਬੀ ਨੂੰ ਉਸ ਪਰਮਾਤਮਾ ਦੇ ਗੁੱਸੇ ਤੋਂ ਡਰਨ ਲਈ ਕਹਿ ਰਹੀ ਸੀ।
ਤਾਂ ਜੋ ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਓ ਨਾ ਕਰੇ। ਤੁਹਾਨੂੰ ਤਾਂ ਪਤਾ ਹੈ ਨਾ ਕਿ ਉਸਨੇ ਹੀ ਵੀਰ ਜੀ ਨੂੰ ਸਾਡੇ ਖਿਲਾਫ ਭੜਕਾਇਆ ਹੈ। ਮੈਨੂੰ ਕੀ ਪਤਾ ਸੀ ਕਿ ਨਿੱਕੀ ਜਿਹੀ ਗੱਲ ਦਾ ਪਹਾੜ ਬਣ ਜਾਵੇਗਾ। ਮੰਮੀ ਤਾਂ ਪਹਿਲਾਂ ਹੀ ਬਹੁਤ ਦੁਖੀ ਸੀ ਅਤੇ ਉਹ ਮੇਰੇ ਗਲ ਲੱਗ ਕੇ ਰੋਂਦੀ ਰਹੀ। ਇੰਨੇ ਵਿੱਚ ਵੀਰ ਜੀ ਕਮਰੇ ਵਿੱਚ ਆ ਗਿਆ ਅਤੇ ਕਹਿਣ ਲੱਗਿਆ, ਮੰਮੀ ਜੇਕਰ ਇਹ ਰੋਣਾ ਧੋਣਾ ਖਤਮ ਹੋ ਗਿਆ ਹੋਵੇ ਤਾਂ ਰਸੋਈ ਵਿੱਚ ਚਲੇ ਜਾਓ। ਮੇਰੀ ਘਰਵਾਲੀ ਨੂੰ ਭੁੱਖ ਲੱਗ ਰਹੀ ਹੈ, ਉਸ ਲਈ ਰੋਟੀ ਬਣਾ ਦਿਓ। ਮੰਮੀ ਨੇ ਫਟਾਫਟ ਹੰਝੂ ਪੂੰਝੇ ਅਤੇ ਕਹਿਣ ਲੱਗੀ, ਹਾਂ ਹਾਂ ਪੁੱਤ, ਤੂੰ ਫਿਕਰ ਨਾ ਕਰ, ਮੈਂ ਹੁਣੇ ਰਸੋਈ ਵਿੱਚ ਜਾਂਦੀ ਹਾਂ। ਮੰਮੀ ਮੈਨੂੰ ਛੱਡ ਕੇ ਬਾਹਰ ਰਸੋਈ ਵਿੱਚ ਚਲੀ ਗਈ। ਰੋ ਰੋ ਕੇ ਮੇਰੇ ਸਿਰ ਵਿੱਚ ਦਰਦ ਸ਼ੁਰੂ ਹੋ ਗਿਆ ਸੀ ਅਤੇ ਬਹੁਤ ਜ਼ੋਰ ਨਾਲ ਭੁੱਖ ਲੱਗ ਰਹੀ ਸੀ। ਮੈਂ ਕਮਰੇ ਵਿੱਚ ਹਨੇਰਾ ਕਰਕੇ ਲੇਟੀ ਹੋਈ ਸੀ। ਮੈਨੂੰ ਬਾਹਰ ਜਾਣ ਤੋਂ ਡਰ ਲੱਗ ਰਿਹਾ ਸੀ। ਮੈਨੂੰ ਇਹ ਡਰ ਸੀ ਕਿ ਕਿਤੇ ਵੀਰ ਜੀ ਫੇਰ ਮੈਨੂੰ ਨਾ ਮਾਰੇ। ਮੈਨੂੰ ਮੰਮੀ ਦਾ ਇੰਤਜ਼ਾਰ ਸੀ ਕਿ ਉਹ ਕਦੋਂ ਕਮਰੇ ਵਿੱਚ ਆਵੇਗੀ ਅਤੇ ਮੈਨੂੰ ਰੋਟੀ ਖਿਲਾਵੇਗੀ। ਇਸੇ ਤਰ੍ਹਾਂ ਇੰਤਜ਼ਾਰ ਕਰਦੇ ਕਰਦੇ ਰਾਤ ਹੋ ਗਈ। ਰਾਤ ਨੂੰ ਜਦੋਂ ਮੰਮੀ ਕਮਰੇ ਵਿੱਚ ਆਈ ਤਾਂ ਮੈਂ ਫਟਾਫਟ ਉੱਠ ਕੇ ਬੈਠ ਗਈ, ਪਰ ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਮੰਮੀ ਦੇ ਹੱਥ ਤਾਂ ਖਾਲੀ ਸਨ। ਮੈਂ ਪੁੱਛਿਆ, ਰੋਟੀ ਕਿੱਥੇ ਹੈ? ਮੰਮੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਕਹਿਣ ਲੱਗੀ, ਮੈਂ ਸਾਰਾ ਦਿਨ ਮਜ਼ਦੂਰੀ ਕਰਦੀ ਹਾਂ, ਰੋਟੀ ਤਾਂ ਮੈਨੂੰ ਨਹੀਂ ਮਿਲੀ, ਤੈਨੂੰ ਕਿੱਥੋਂ ਮਿਲ ਜਾਵੇਗੀ? ਇੰਨਾ ਕੰਮ ਤਾਂ ਜੇਕਰ ਮੈਂ ਲੋਕਾਂ ਦੇ ਘਰ ਜਾ ਕੇ ਕਰਾਂ ਤਾਂ ਵੀ ਉਹ ਮੈਨੂੰ 2 ਰੋਟੀਆਂ ਨਾਲ ਇੱਕ ਕੌਲੀ ਸਬਜ਼ੀ ਦੀ ਜ਼ਰੂਰ ਦੇ ਦੇਣ, ਪਰ ਇਹ ਆਪਣੇ ਹਨ ਨਾ। ਤੈਨੂੰ ਤਾਂ ਪਤਾ ਹੀ ਹੈ ਕਿ ਆਪਣਿਆਂ ਦੇ ਜ਼ਮੀਰ ਮਰੇ ਹੋਏ ਹੁੰਦੇ ਹਨ। ਮੈਂ ਉੱਠ ਕੇ ਮੰਮੀ ਕੋਲ ਆ ਗਈ ਅਤੇ ਕਹਿਣ ਲੱਗੀ, ਤੁਹਾਨੂੰ ਭੁੱਖ ਲੱਗੀ ਹੈ? ਮੰਮੀ ਨੇ ਸਿਰ ਹਿਲਾ ਦਿੱਤਾ। ਇਹ ਦੇਖ ਕੇ ਮੇਰਾ ਕਲੇਜਾ ਫਟ ਕੇ ਰਹਿ ਗਿਆ। ਮੈਂ ਕਿਹਾ, ਤੁਸੀਂ ਫਿਕਰ ਨਾ ਕਰੋ, ਮੈਂ ਹੁਣੇ ਇੰਤਜ਼ਾਮ ਕਰਦੀ ਹਾਂ। ਮੈਂ ਕਮਰੇ ਤੋਂ ਬਾਹਰ ਜਾਣ ਲੱਗੀ ਤਾਂ ਮੰਮੀ ਨੇ ਮੇਰਾ ਹੱਥ ਫੜ ਲਿਆ ਅਤੇ ਮੈਨੂੰ ਬਾਹਰ ਜਾਣ ਤੋਂ ਰੋਕ ਲਿਆ। ਮੈਂ ਕਿਹਾ, ਕੀ ਗੱਲ ਹੈ? ਮੰਮੀ ਨੇ ਆਪਣੇ ਹੱਥ ਮੇਰੇ ਸਾਹਮਣੇ ਜੋੜ ਦਿੱਤੇ। ਉਹ ਕਹਿਣ ਲੱਗੀ, ਮੇਰੇ ਲਈ ਕੋਈ ਲੜਾਈ ਝਗੜਾ ਨਾ ਕਰੀ। ਮੈਂ ਨਹੀਂ ਚਾਹੁੰਦੀ ਕਿ ਤੇਰਾ ਵੀਰ ਜੀ ਇਸ ਘਰ ਤੋਂ ਜਾਵੇ। ਤੈਨੂੰ ਪਤਾ ਹੈ ਨਾ, ਜਦੋਂ ਤੱਕ ਇੱਕ ਆਦਮੀ ਘਰ ਵਿੱਚ ਹੁੰਦਾ ਹੈ ਉੱਥੋਂ ਦੀਆਂ ਔਰਤਾਂ ਸੁਰੱਖਿਅਤ ਰਹਿੰਦੀਆਂ ਹਨ। ਜੇਕਰ ਘਰ ਵਿੱਚ ਆਦਮੀ ਨਾ ਹੋਵੇ ਤਾਂ ਦੂਜੇ ਮਰਦਾਂ ਨੂੰ ਰਸਤਾ ਮਿਲ ਜਾਂਦਾ ਹੈ ਅਤੇ ਫਿਰ ਲੋਕ ਵੀ ਗੱਲਾਂ ਬਣਾਉਣ ਲੱਗਦੇ ਹਨ। ਇਸ ਲਈ ਅਜਿਹੀ ਕੋਈ ਹਰਕਤ ਨਾ ਕਰੀ ਜਿਸ ਨਾਲ ਤੇਰਾ ਵੀਰ ਜੀ ਨਾਰਾਜ਼ ਹੋ ਕੇ ਇਸ ਘਰ ਨੂੰ ਛੱਡ ਕੇ ਚਲਾ ਜਾਵੇ। ਮੈਂ ਕਿਹਾ, ਮੰਮੀ ਤੁਸੀਂ ਫਿਕਰ ਨਾ ਕਰੋ, ਮੈਂ ਅਜਿਹਾ ਕੁਝ ਵੀ ਨਹੀਂ ਕਰਾਂਗੀ। ਮੈਂ ਤੁਹਾਨੂੰ ਜ਼ਿਆਦਾ ਦੁੱਖ ਨਹੀਂ ਦੇਵਾਂਗੀ, ਤੁਸੀਂ ਮੇਰੇ ਉੱਪਰ ਭਰੋਸਾ ਰੱਖੋ। ਮੈਂ ਇੰਨਾ ਕਹਿ ਕੇ ਕਮਰੇ ਤੋਂ ਬਾਹਰ ਚਲੀ ਗਈ। ਮੈਂ ਸਿਰ ਤੇ ਦੁਪੱਟਾ ਲਿਆ ਅਤੇ ਘਰ ਤੋਂ ਬਾਹਰ ਨਿਕਲ ਆਈ। ਮੈਂ ਆਪਣੇ ਗੁਆਂਢੀਆਂ ਦਾ ਦਰਵਾਜ਼ਾ ਖੜਕਾਇਆ। ਪੂਨਮ ਆਂਟੀ ਮੇਰੀ ਮੰਮੀ ਦੀ ਬਹੁਤ ਚੰਗੀ ਸਹੇਲੀ ਸੀ। ਮੈਨੂੰ ਉਮੀਦ ਸੀ ਕਿ ਉਹ ਮੇਰੀ ਮਦਦ ਜ਼ਰੂਰ ਕਰੇਗੀ। ਉਹਨਾਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਸੀ। ਉਹ ਕਹਿਣ ਲੱਗੀ, ਕੀ ਗੱਲ ਹੈ ਧੀਏ, ਸਭ ਠੀਕ ਤਾਂ ਹੈ? ਤੂੰ ਇਸ ਟਾਈਮ ਸਾਡੇ ਘਰ ਕਿਵੇਂ ਆਈ? ਮੈਂ ਕਿਹਾ, ਆਂਟੀ ਮੰਮੀ ਨੂੰ ਬਹੁਤ ਭੁੱਖ ਲੱਗੀ ਹੈ ਅਤੇ ਘਰ ਵਿੱਚ ਕੁਝ ਖਾਣ ਲਈ ਵੀ ਨਹੀਂ ਹੈ। ਜੇਕਰ ਤੁਹਾਡੇ ਕੋਲ ਥੋੜ੍ਹਾ ਜਿਹਾ ਖਾਣਾ ਹੈ ਤਾਂ ਮੈਨੂੰ ਦੇ ਦਿਓ। ਮੇਰੀ ਗੱਲ ਸੁਣ ਕੇ ਆਂਟੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਕਹਿਣ ਲੱਗੀ, ਤੁਹਾਡੇ ਘਰ ਵਿੱਚ ਖਾਣ ਲਈ ਕੁਝ ਕਿਉਂ ਨਹੀਂ ਹੈ? ਪਹਿਲਾਂ ਤਾਂ ਅਜਿਹਾ ਕਦੇ ਨਹੀਂ ਹੋਇਆ। ਮੈਂ ਕਿਹਾ, ਮੇਰੇ ਵੀਰ ਜੀ ਨੇ ਮੇਰਾ ਅਤੇ ਮੰਮੀ ਦਾ ਖਰਚਾ ਉਠਾਉਣ ਤੋਂ ਮਨਾ ਕਰ ਦਿੱਤਾ ਹੈ। ਅੱਜ ਸਾਰਾ ਦਿਨ ਰਸੋਈ ਵਿੱਚ ਕੰਮ ਕਰਨ ਦੇ ਬਾਵਜੂਦ ਵੀ ਸਾਨੂੰ ਖਾਣ ਲਈ ਕੁਝ ਨਹੀਂ ਮਿਲਿਆ। ਆਂਟੀ ਨੇ ਫਟਾਫਟ ਮੈਨੂੰ ਤਾਜ਼ਾ ਰੋਟੀਆਂ ਬਣਾ ਕੇ ਦਿੱਤੀਆਂ ਅਤੇ ਸਬਜ਼ੀ ਵੀ ਦਿੱਤੀ। ਮੈਂ ਉਹਨਾਂ ਦਾ ਧੰਨਵਾਦ ਕਰਕੇ ਘਰ ਵਾਪਸ ਆ ਗਈ। ਮੈਂ ਮੰਮੀ ਨੂੰ ਰੋਟੀ ਦਿੱਤੀ ਤਾਂ ਉਹ ਵੀ ਖੁਸ਼ ਹੋ ਗਈ। ਫਿਰ ਕਹਿਣ ਲੱਗੀ, ਧੀਏ ਤੂੰ ਬਿਨਾਂ ਵਜ੍ਹਾ ਹੱਥ ਫੈਲਾ ਦਿੱਤਾ। ਮੇਰਾ ਦਿਲ ਬਹੁਤ ਨਾਰਾਜ਼ ਹੈ ਕਿ ਤੈਨੂੰ ਮੰਗਣਾ ਪਿਆ। ਮੈਂ ਤਾਂ ਕਦੇ ਤੁਹਾਨੂੰ ਇੰਨਾ ਮਜਬੂਰ ਨਹੀਂ ਦੇਖਿਆ। ਮੈਂ ਕਿਹਾ, ਤੁਸੀਂ ਇਸ ਨੂੰ ਬੇਇੱਜ਼ਤੀ ਨਾ ਸਮਝੋ, ਦੂਜਿਆਂ ਤੋਂ ਮਦਦ ਲੈਣ ਵਿੱਚ ਕੋਈ ਹਰਜ ਨਹੀਂ ਹੁੰਦਾ। ਮੰਮੀ ਕਹਿਣ ਲੱਗੀ, ਮੈਨੂੰ ਤੇਰੀ ਜ਼ੁਬਾਨ ਤੋਂ ਬਹੁਤ ਡਰ ਲੱਗਦਾ ਹੈ, ਤੂੰ ਜ਼ਰੂਰ ਮੇਰੇ ਲਈ ਕੋਈ ਤਮਾਸ਼ਾ ਖੜਾ ਕਰਵਾਏਂਗੀ। ਮੈਂ ਕਿਹਾ, ਜਦੋਂ ਆਪਣੇ ਤੋਂ ਹੀ ਬੇਇੱਜ਼ਤ ਹੋਣਾ ਪਵੇ ਤਾਂ ਦੂਜਿਆਂ ਤੋਂ ਮਦਦ ਲੈਣ ਵਿੱਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ। ਮੰਮੀ ਕਹਿਣ ਲੱਗੀ, ਦੇਖ ਜਦ ਤੇਰੇ ਵੀਰ ਜੀ ਨੇ ਮੇਰੇ ਉੱਪਰ ਜ਼ੁਲਮ ਕਰ ਹੀ ਦਿੱਤਾ ਹੈ ਤਾਂ ਹੁਣ ਤੂੰ ਵੀ ਉਸਦੇ ਨਕਸ਼ੇ ਕਦਮ 'ਤੇ ਨਾ ਚੱਲੀ।
ਤੇਰੀਆਂ ਇਹ ਗੱਲਾਂ ਮੈਨੂੰ ਬਹੁਤ ਤਕਲੀਫ ਦਿੰਦੀਆਂ ਹਨ। ਕੀ ਤੈਨੂੰ ਚੰਗਾ ਲੱਗੇਗਾ ਕਿ ਤੇਰੀਆਂ ਇਹ ਗੱਲਾਂ ਸੁਣ ਕੇ ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਜਾਵੇ? ਮੰਮੀ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ। ਅਗਲੀ ਸਵੇਰ ਆਂਟੀ ਸਾਡੇ ਘਰ ਆਈ ਅਤੇ ਉਹਨਾਂ ਨੇ ਮੰਮੀ ਦੇ ਹੱਥ ਤੇ 5000 ਰੁਪਏ ਰੱਖ ਦਿੱਤੇ। ਮੰਮੀ ਨੇ ਉਹ ਪੈਸੇ ਲੈਣ ਤੋਂ ਮਨਾ ਕੀਤਾ ਤਾਂ ਆਂਟੀ ਨੇ ਆਪਣੀ ਕਸਮ ਦੇ ਦਿੱਤੀ। ਉਹ ਕਹਿਣ ਲੱਗੀ, ਜੇਕਰ ਤੂੰ ਮੈਨੂੰ ਕਦੇ ਵੀ ਆਪਣੀ ਭੈਣ ਸਮਝਿਆ ਹੈ ਤਾਂ ਮੇਰੇ ਤੋਂ ਮਦਦ ਲੈ ਲੈ, ਨਹੀਂ ਤਾਂ ਮੈਂ ਇਹੀ ਸਮਝਾਂਗੀ ਕਿ ਸਾਡਾ ਰਿਸ਼ਤਾ ਖੋਖਲਾ ਸੀ। ਮੰਮੀ ਨੇ ਨਾ ਚਾਹੁੰਦੇ ਹੋਏ ਵੀ ਆਂਟੀ ਤੋਂ ਪੈਸੇ ਲੈ ਲਏ। ਮੰਮੀ ਨੇ ਆਂਟੀ ਨੂੰ ਵਾਅਦਾ ਕੀਤਾ ਕਿ ਉਹ ਬਹੁਤ ਜਲਦੀ ਉਹਨਾਂ ਦੇ ਪੈਸੇ ਵਾਪਸ ਕਰ ਦੇਵੇਗੀ। ਆਂਟੀ ਨੇ ਕਿਹਾ, ਮੈਨੂੰ ਇਹਨਾਂ ਪੈਸਿਆਂ ਦੀ ਜ਼ਰੂਰਤ ਨਹੀਂ ਹੈ, ਇਹ ਮੇਰੇ ਵੱਲੋਂ ਤੇਰੇ ਲਈ ਤੋਹਫਾ ਹੈ। ਮੰਮੀ ਇਹ ਗੱਲ ਸੁਣ ਕੇ ਚੁੱਪ ਹੋ ਗਈ। ਆਂਟੀ ਦੇ ਜਾਣ ਤੋਂ ਬਾਅਦ ਮੰਮੀ ਬਾਜ਼ਾਰ ਤੋਂ ਆਟਾ ਅਤੇ ਕੁਝ ਸਬਜ਼ੀਆਂ ਵਗੈਰਾ ਲੈ ਕੇ ਆਈ ਸੀ। ਮੰਮੀ ਨੇ ਆਪਣਾ ਖਾਣਾ ਬਣਾ ਲਿਆ। ਹੁਣ ਭਾਬੀ ਕਮਰੇ ਵਿੱਚ ਭੁੱਖੀ ਪਈ ਇੰਤਜ਼ਾਰ ਵਿੱਚ ਸੀ ਕਿ ਕਦੋਂ ਖਾਣਾ ਬਣੇਗਾ ਅਤੇ ਟਰੇ ਵਿੱਚ ਸੱਜ ਕੇ ਮੇਰੇ ਸਾਹਮਣੇ ਆਵੇਗਾ। ਮੈਂ ਵੀ ਅੱਜ ਮੰਮੀ ਨੂੰ ਕਹਿ ਦਿੱਤਾ ਸੀ ਕਿ ਭਾਵੇਂ ਦੁਨੀਆ ਇੱਧਰ ਤੋਂ ਉੱਧਰ ਹੋ ਜਾਵੇ, ਪਰ ਤੁਸੀਂ ਖਾਣਾ ਬਣਾ ਕੇ ਭਾਬੀ ਨੂੰ ਦੇਣ ਨਹੀਂ ਜਾਓਗੇ। ਮੰਮੀ ਮੇਰੀ ਗੱਲ ਮੰਨਣ ਲਈ ਤਿਆਰ ਨਹੀਂ ਸੀ, ਪਰ ਮੈਂ ਵੀ ਉਹਨਾਂ ਨੂੰ ਆਪਣੇ ਸਿਰ ਦੀ ਕਸਮ ਦੇ ਦਿੱਤੀ ਸੀ। ਮੈਂ ਕਿਹਾ, ਜੇਕਰ ਤੁਸੀਂ ਮਜਬੂਰ ਹੋ ਤਾਂ ਮੈਂ ਵੀ ਮਜਬੂਰ ਹਾਂ। ਮੈਂ ਇਸ ਤਰ੍ਹਾਂ ਤੁਹਾਨੂੰ ਕਿਸੇ ਦੀ ਨੌਕਰੀ ਕਰਦੇ ਹੋਏ ਨਹੀਂ ਦੇਖ ਸਕਦੀ। ਮੇਰਾ ਬਾਪ ਬਹੁਤ ਚੰਗਾ ਆਦਮੀ ਸੀ, ਤੁਸੀਂ ਉਸ ਦੀ ਪਤਨੀ ਹੋ। ਜੇਕਰ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਹਾਰਨ ਦਿਓਗੇ ਤਾਂ ਲੋਕ ਤੁਹਾਨੂੰ ਕੁਚਲ ਕੇ ਚਲੇ ਜਾਣਗੇ। ਮੇਰੀ ਗੱਲ ਸੁਣ ਕੇ ਮੰਮੀ ਨੂੰ ਗੁੱਸਾ ਆ ਰਿਹਾ ਸੀ, ਪਰ ਮੈਂ ਉਹਨਾਂ ਨੂੰ ਆਪਣੀ ਕਸਮ ਦੇ ਦਿੱਤੀ ਸੀ, ਇਸ ਲਈ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਬੈਠੀ ਰਹੀ। ਮੈਂ ਉੱਠ ਕੇ ਕਮਰੇ ਦਾ ਕੁੰਡਾ ਲਗਾ ਦਿੱਤਾ। ਅਸੀਂ ਦੋਵੇਂ ਮਾਵਾਂ ਧੀਆਂ ਨੇ ਰੱਜ ਕੇ ਰੋਟੀ ਖਾਧੀ ਅਤੇ ਆਰਾਮ ਨਾਲ ਲੇਟ ਗਈਆਂ। ਹਾਲੇ ਅੱਧਾ ਘੰਟਾ ਹੀ ਹੋਇਆ ਸੀ ਕਿ ਰਸੋਈ ਵਿੱਚੋਂ ਭਾਂਡਿਆਂ ਦੇ ਖੜਕਣ ਦੀ ਆਵਾਜ਼ ਆਉਣ ਲੱਗੀ। ਫਿਰ ਭਾਬੀ ਆ ਕੇ ਸਾਡਾ ਦਰਵਾਜ਼ਾ ਖੜਕਾਉਣ ਲੱਗੀ ਅਤੇ ਕਹਿਣ ਲੱਗੀ, ਜਲਦੀ ਕਰੋ, ਦਰਵਾਜ਼ਾ ਖੋਲ੍ਹੋ। ਤੁਸੀਂ ਦੋਵੇਂ ਮਾਵਾਂ ਧੀਆਂ ਸਵੇਰ ਤੋਂ ਰਸੋਈ ਵਿੱਚ ਕੀ ਕਰ ਰਹੀਆਂ ਸੀ? ਹੁਣ ਤੱਕ ਕੁਝ ਵੀ ਨਹੀਂ ਬਣਿਆ ਹੈ। ਮੈਨੂੰ ਆਪਣੇ ਕਮਰੇ ਦੀ ਤਲਾਸ਼ੀ ਦਿਓ। ਮੈਂ ਕਿਹਾ, ਮੇਰੀ ਸਹੇਲੀ ਨੇ ਮੈਨੂੰ ਪੈਸੇ ਦਿੱਤੇ ਸਨ, ਉਸ ਵਿੱਚੋਂ ਅਸੀਂ ਆਪਣੇ ਲਈ ਸਬਜ਼ੀ ਵਗੈਰਾ ਲੈ ਆਉਂਦੀ ਸੀ, ਉਹ ਅਸੀਂ ਬਣਾ ਕੇ ਖਾ ਲਈ ਹੈ। ਤੂੰ ਵੀ ਆਪਣੇ ਪਤੀ ਦੀ ਲਿਆਈ ਹੋਈ ਕਮਾਈ ਤੋਂ ਖਾਣਾ ਬਣਾ ਲੈ ਅਤੇ ਖਾ ਲੈ। ਮੇਰੀ ਭਾਬੀ ਕਹਿਣ ਲੱਗੀ, ਤੁਹਾਨੂੰ ਪਤਾ ਹੈ ਨਾ ਮੇਰੀ ਕੀ ਹਾਲਤ ਹੈ, ਅਜਿਹੀ ਹਾਲਤ ਵਿੱਚ ਮੈਂ ਕੰਮ ਨਹੀਂ ਕਰਾਂਗੀ। ਮੈਂ ਕਿਹਾ, ਜੇਕਰ ਤੁਹਾਡੀ ਅਜਿਹੀ ਹਾਲਤ ਹੈ ਅਤੇ ਤੁਸੀਂ ਕੰਮ ਨਹੀਂ ਕਰ ਸਕਦੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਅਜਿਹੀ ਹਾਲਤ ਵਿੱਚ ਰੱਬ ਤੋਂ ਵੀ ਡਰਨਾ ਚਾਹੀਦਾ ਹੈ? ਮੰਮੀ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਮੈਂ ਚੁੱਪਚਾਪ ਲੇਟ ਗਈ। ਭਾਬੀ ਨੇ ਫਟਾਫਟ ਫੋਨ ਕਰਕੇ ਵੀਰ ਜੀ ਨੂੰ ਘਰ ਬੁਲਾ ਲਿਆ। ਹੁਣ ਵੀਰ ਜੀ ਵੀ ਜ਼ੋਰ-ਜ਼ੋਰ ਨਾਲ ਸਾਡੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗਿਆ ਤੇ ਕਹਿਣ ਲੱਗਿਆ, ਮੰਮੀ ਜਲਦੀ ਕਮਰੇ ਤੋਂ ਬਾਹਰ ਆ ਜਾਓ। ਮੰਮੀ ਮੇਰੇ ਵੱਲ ਵੇਖਣ ਲੱਗੀ ਤਾਂ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਅਤੇ ਕਿਹਾ, ਤੁਸੀਂ ਦਰਵਾਜ਼ਾ ਨਹੀਂ ਖੋਲ੍ਹੋਗੇ। ਪਰ ਵੀਰ ਜੀ ਨੇ ਇੰਨਾ ਰੌਲਾ ਪਾਇਆ ਕਿ ਮੰਮੀ ਨੂੰ ਮਜਬੂਰਨ ਦਰਵਾਜ਼ਾ ਖੋਲ੍ਹਣਾ ਹੀ ਪਿਆ। ਮੰਮੀ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਵੀਰ ਜੀ ਬਹੁਤ ਗੁੱਸੇ ਵਿੱਚ ਕਮਰੇ ਵਿੱਚ ਆਇਆ ਅਤੇ ਮੇਰੇ ਮੂੰਹ ਤੇ ਥੱਪੜ ਮਾਰਿਆ ਅਤੇ ਕਹਿਣ ਲੱਗਿਆ, ਮੇਰੀ ਮਾਂ ਤਾਂ ਅਜਿਹੀ ਔਰਤ ਹੈ ਹੀ ਨਹੀਂ ਕਿ ਉਹ ਆਪਣੀ ਬਹੂ ਨਾਲ ਜਿੱਦ ਕਰੇ। ਜ਼ਰੂਰ ਤੂੰ ਹੀ ਮੇਰੀ ਮਾਂ ਨੂੰ ਭੜਕਾਇਆ ਹੈ। ਮੈਂ ਤੈਨੂੰ ਵਾਰ-ਵਾਰ ਸਮਝਾ ਰਿਹਾ ਹਾਂ ਕਿ ਇਸ ਘਰ ਵਿੱਚ ਲੜਾਈ ਦੀ ਜੜ ਨਾ ਬਣ, ਨਹੀਂ ਤਾਂ ਕਿਸੇ ਵੀ ਰਾਹ ਚੱਲਦੇ ਆਦਮੀ ਨਾਲ ਤੇਰਾ ਵਿਆਹ ਕਰਕੇ ਤੈਨੂੰ ਇਸ ਘਰ ਵਿੱਚੋਂ ਕੱਢ ਦੇਵਾਂਗਾ। ਅੱਜ ਵੀਰ ਜੀ ਨੇ ਥੱਪੜ ਮਾਰਿਆ ਤਾਂ ਮੈਂ ਵੀ ਆਪਣੇ ਹੋਸ਼ ਖੋ ਬੈਠੀ। ਮੈਂ ਗੁੱਸੇ ਵਿੱਚ ਕਿਹਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਮਾਂ ਭੈਣ ਨੂੰ ਬੁਰਾ ਭਲਾ ਕਹਿ ਰਹੇ ਹੋ। ਤੁਹਾਨੂੰ ਆਪਣੀ ਜ਼ਿੰਮੇਵਾਰੀ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੈ। ਕੋਈ ਆਦਮੀ ਇੰਨਾ ਅੰਨਾ ਕਿਵੇਂ ਹੋ ਸਕਦਾ ਹੈ ਕਿ ਬਾਪ ਦੇ ਮਰਨ ਤੋਂ ਬਾਅਦ ਮਾਂ ਦੇ ਮੂੰਹ ਵਿੱਚੋਂ ਰੋਟੀ ਵੀ ਖੋਹ ਲਵੇ। ਇਸ ਤੋਂ ਤਾਂ ਚੰਗਾ ਹੁੰਦਾ ਕਿ ਤੁਸੀਂ ਇਹ ਘਰ ਛੱਡ ਕੇ ਚਲੇ ਜਾਂਦੇ, ਪਰ ਤੁਹਾਡੇ ਵਿੱਚ ਤਾਂ ਇੰਨੀ ਵੀ ਸ਼ਰਮ ਨਹੀਂ ਹੈ। ਤੁਸੀਂ ਤਾਂ ਬੇਸ਼ਰਮ ਹੋ। ਮੇਰੀ ਇਹ ਗੱਲ ਸੁਣ ਕੇ ਵੀਰ ਜੀ ਨੇ ਇੱਕ ਵਾਰ ਫਿਰ ਮੇਰੇ ਉੱਪਰ ਹੱਥ ਚੁੱਕਿਆ, ਜਦੋਂ ਕਿ ਮੰਮੀ ਚੁੱਪਚਾਪ ਖੜੀ ਤਮਾਸ਼ਾ ਦੇਖਦੀ ਰਹੀ। ਮੈਂ ਗੁੱਸੇ ਵਿੱਚ ਕਿਹਾ, ਮੰਮੀ ਤੁਸੀਂ ਮੇਰੇ ਹੱਕ ਵਿੱਚ ਕਿਉਂ ਨਹੀਂ ਬੋਲਦੇ? ਲੱਗਦਾ ਹੈ ਕਿ ਤੁਸੀਂ ਵੀ ਆਪਣੇ ਮੁੰਡੇ ਦੇ ਨਾਲ ਮਿਲੇ ਹੋਏ ਹੋ। ਮੈਂ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ। ਇੰਨਾ ਕਹਿ ਕੇ ਮੈਂ ਆਪਣਾ ਛੋਟਾ ਜਿਹਾ ਬੈਗ ਚੁੱਕਿਆ ਅਤੇ ਘਰ ਤੋਂ ਬਾਹਰ ਨਿਕਲ ਗਈ।
ਮੈਂ ਰੋਂਦੀ ਹੋਈ ਸੜਕ ਤੇ ਤੁਰਦੀ ਜਾ ਰਹੀ ਸੀ। ਮੈਨੂੰ ਆਪਣੇ ਪਿੱਛੇ ਕਿਸੇ ਦੇ ਕਦਮਾਂ ਦੀ ਚਾਲ ਸੁਣਾਈ ਦਿੱਤੀ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੰਮੀ ਆ ਰਹੀ ਸੀ। ਉਹ ਵੀ ਰੋ ਰਹੀ ਸੀ। ਕਹਿਣ ਲੱਗੀ, ਦੇਖਿਆ ਨਾ, ਉਹੀ ਹੋ ਗਿਆ ਜਿਸ ਦਾ ਮੈਨੂੰ ਡਰ ਸੀ। ਹੁਣ ਅਸੀਂ ਦੋਵੇਂ ਬੇਘਰ ਹੋ ਗਈਆਂ। ਅਸੀਂ ਕਿੱਥੇ ਜਾਵਾਂਗੇ? ਮੈਂ ਕਿਹਾ, ਤੁਹਾਨੂੰ ਮੇਰੇ ਪਿੱਛੇ ਆਉਣ ਦੀ ਕੀ ਜ਼ਰੂਰਤ ਸੀ? ਜੋ ਘਰ ਤੁਸੀਂ ਛੱਡ ਕੇ ਆਏ ਹੋ ਉਹ ਤੁਹਾਡੇ ਪਤੀ ਦਾ ਸੀ। ਉਹਨਾਂ ਨੇ ਤੁਹਾਡੇ ਨਾਮ ਕੀਤਾ ਹੋਇਆ ਸੀ। ਉਹਨਾਂ ਨੂੰ ਘਰ ਵਿੱਚੋਂ ਕੱਢ ਕੇ ਤੁਸੀਂ ਆਪਣੇ ਘਰ ਜਾ ਕੇ ਬੈਠੋ। ਮੈਂ ਜਿੱਥੇ ਮਰਜ਼ੀ ਜਾਵਾਂ, ਤੁਹਾਨੂੰ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਹੈ। ਮੰਮੀ ਕਹਿਣ ਲੱਗੀ, ਮੈਂ ਆਪਣੀ ਜਵਾਨ ਧੀ ਨੂੰ ਇਕੱਲਾ ਨਹੀਂ ਛੱਡ ਸਕਦੀ। ਮੈਨੂੰ ਦੱਸ, ਤੂੰ ਕਿੱਥੇ ਜਾਣ ਦਾ ਇਰਾਦਾ ਕੀਤਾ ਹੈ? ਜਦੋਂ ਮੈਂ ਕੋਈ ਜਵਾਬ ਨਾ ਦਿੱਤਾ ਤਾਂ ਮੰਮੀ ਰੋਣ ਲੱਗੀ ਅਤੇ ਕਹਿਣ ਲੱਗੀ, ਹੇ ਪਰਮਾਤਮਾ, ਇਸ ਜ਼ਿੰਦਗੀ ਤੋਂ ਤਾਂ ਚੰਗਾ ਹੈ ਕਿ ਤੂੰ ਮੈਨੂੰ ਮੌਤ ਦੇ ਦੇ। ਮੰਮੀ ਦੀ ਗੱਲ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੋਇਆ। ਇਸ ਲਈ ਮੈਂ ਉਹਨਾਂ ਦਾ ਹੱਥ ਫੜਿਆ ਅਤੇ ਕਿਹਾ, ਰੱਬ ਦੇ ਵਾਸਤੇ ਅਜਿਹੀਆਂ ਗੱਲਾਂ ਨਾ ਕਰੋ। ਤਾਂ ਮੰਮੀ ਕਹਿਣ ਲੱਗੀ, ਚੰਗਾ, ਫਿਰ ਮੈਨੂੰ ਦੱਸ, ਤੂੰ ਕਿੱਥੇ ਜਾਣ ਬਾਰੇ ਸੋਚਿਆ ਹੈ? ਮੈਂ ਕਿਹਾ, ਮੈਂ ਮਾਸੀ ਦੇ ਘਰ ਜਾ ਰਹੀ ਹਾਂ। ਮੇਰੀ ਗੱਲ ਸੁਣ ਕੇ ਮੰਮੀ ਦੇ ਬੁੱਲ੍ਹਾਂ 'ਤੇ ਮੁਸਕਰਾਹਟ ਆ ਗਈ। ਉਹ ਕਹਿਣ ਲੱਗੀ, ਮੈਂ ਇੰਨੇ ਗਮਾਂ ਵਿੱਚ ਉਲਝੀ ਸੀ ਕਿ ਮੈਨੂੰ ਆਪਣੀ ਭੈਣ ਦਾ ਖਿਆਲ ਹੀ ਨਹੀਂ ਆਇਆ। ਚੰਗਾ ਹੈ ਕਿ ਤੂੰ ਉੱਥੇ ਜਾਣ ਬਾਰੇ ਸੋਚਿਆ ਹੈ। ਉਹ ਬਹੁਤ ਚੰਗੀ ਔਰਤ ਹੈ, ਸਾਨੂੰ ਆਪਣੇ ਘਰ ਵਿੱਚ ਜਗ੍ਹਾ ਦੇ ਦੇਵੇਗੀ। ਮੇਰੀ ਮਾਸੀ ਦੂਜੇ ਸ਼ਹਿਰ ਵਿੱਚ ਰਹਿੰਦੀ ਸੀ। ਉਹ ਬਹੁਤ ਚੰਗੀ ਸੀ। ਅਸੀਂ ਮਾਸੀ ਨੂੰ ਜਾ ਕੇ ਆਪਣੀ ਸਾਰੀ ਹੱਡ-ਬੀਤੀ ਦੱਸ ਦਿੱਤੀ। ਮਾਸੀ ਨੇ ਖੁੱਲ੍ਹੇ ਦਿਲ ਨਾਲ ਸਾਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ। ਮੇਰੇ ਮਾਸੜ ਜੀ ਵੀ ਚੰਗੇ ਇਨਸਾਨ ਸਨ। ਉਹਨਾਂ ਨੇ ਵੀ ਸਾਡੇ ਆਉਣ 'ਤੇ ਕੋਈ ਇਤਰਾਜ਼ ਨਹੀਂ ਕੀਤਾ, ਬਲਕਿ ਕਹਿਣ ਲੱਗੇ, ਇਹ ਤੁਹਾਡਾ ਆਪਣਾ ਘਰ ਹੈ, ਜਿਵੇਂ ਮਰਜ਼ੀ ਚਾਹੇ ਰਹੋ, ਜੋ ਦਿਲ ਕਰੇ ਖਾਓ ਪੀਓ। ਮੇਰੀ ਮਾਸੀ ਇੱਕ ਨਰਸ ਸੀ। ਉਹ ਸਵੇਰੇ ਹੀ ਘਰ ਤੋਂ ਨਿਕਲ ਜਾਇਆ ਕਰਦੀ ਸੀ ਅਤੇ ਘਰ ਦੇ ਕੰਮ ਲਈ ਉਹਨਾਂ ਨੇ ਨੌਕਰ ਰੱਖੇ ਹੋਏ ਸਨ। ਮੈਂ ਅਤੇ ਮੰਮੀ ਇੱਥੇ ਬੜੇ ਆਰਾਮ ਨਾਲ ਰਹਿੰਦੇ ਸੀ। ਸਾਨੂੰ ਇੱਥੇ ਆਏ ਹੋਏ 2 ਹਫ਼ਤੇ ਹੋ ਚੁੱਕੇ ਸਨ ਕਿ ਮਾਸੀ ਦੀ ਅਚਾਨਕ ਤਬੀਅਤ ਖਰਾਬ ਹੋਣ ਲੱਗੀ। ਮੰਮੀ ਉਹਨਾਂ ਕਰਕੇ ਬਹੁਤ ਪਰੇਸ਼ਾਨ ਹੋ ਗਈ ਸੀ। ਮਾਸੀ ਨੇ ਕਿਹਾ ਕਿ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਇਹ ਤਾਂ ਮੌਸਮੀ ਬੁਖਾਰ ਹੈ, ਜਲਦੀ ਉਤਰ ਜਾਵੇਗਾ। ਪਰ ਮਾਸੀ ਨੂੰ ਇਸ ਗੱਲ ਦੀ ਪਰੇਸ਼ਾਨੀ ਸੀ ਕਿ ਉਹਨਾਂ ਦਿਨਾਂ ਵਿੱਚ ਹਸਪਤਾਲ ਵਿੱਚ ਬਹੁਤ ਭੀੜ ਸੀ ਅਤੇ ਉਹਨਾਂ ਨੂੰ ਛੁੱਟੀ ਨਹੀਂ ਮਿਲ ਰਹੀ ਸੀ ਅਤੇ ਡਾਕਟਰ ਨੇ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਛੁੱਟੀ ਲਈ ਤਾਂ ਸਮਝੋ ਇਸ ਨੌਕਰੀ ਤੋਂ ਤੁਹਾਨੂੰ ਹੱਥ ਧੋਣਾ ਪਵੇਗਾ। ਅਤੇ ਮਾਸੀ ਆਪਣੀ ਨੌਕਰੀ ਨਹੀਂ ਛੱਡਣਾ ਚਾਹੁੰਦੀ ਸੀ ਕਿਉਂਕਿ ਉਹਨਾਂ ਦੀ ਕੋਈ ਔਲਾਦ ਵੀ ਨਹੀਂ ਸੀ। ਉਹ ਕਹਿੰਦੀ ਸੀ ਕਿ ਹਸਪਤਾਲ ਜਾਂਦੀ ਹਾਂ ਤਾਂ ਮੇਰਾ ਦਿਲ ਲੱਗਿਆ ਰਹਿੰਦਾ ਹੈ, ਨਹੀਂ ਤਾਂ ਘਰੇ ਬੈਠ ਕੇ ਮੈਂ ਕੰਧਾਂ ਵੱਲ ਹੀ ਦੇਖਦੀ ਰਹਿੰਦੀ ਹਾਂ। ਮੈਂ ਮਾਸੀ ਨੂੰ ਕਿਹਾ ਕਿ ਜੇਕਰ ਤੁਸੀਂ ਕਹੋ ਤਾਂ ਮੈਂ ਤੁਹਾਡੀ ਜਗ੍ਹਾ ਹਸਪਤਾਲ ਚਲੀ ਜਾਇਆ ਕਰਾਂਗੀ। ਮਾਸੀ ਨੂੰ ਮੇਰੀ ਗੱਲ ਪਸੰਦ ਆਈ ਤਾਂ ਉਹ ਕਹਿਣ ਲੱਗੀ, ਠੀਕ ਹੈ, ਮੈਂ ਡਾਕਟਰ ਨਾਲ ਗੱਲ ਕਰਾਂਗੀ, ਜੇਕਰ ਉਹ ਹਾਂ ਕਹੇਗੀ ਤਾਂ ਤੂੰ ਚਲੀ ਜਾਈਂ। ਉਹਨਾਂ ਨੇ ਡਾਕਟਰ ਨੂੰ ਪੁੱਛਿਆ ਤਾਂ ਡਾਕਟਰ ਨੇ ਹਾਂ ਕਹਿ ਦਿੱਤੀ ਸੀ ਕਿਉਂਕਿ ਮਾਸੀ ਦੀ ਤਬੀਅਤ ਬਹੁਤ ਖਰਾਬ ਸੀ ਅਤੇ ਉਹ ਹਸਪਤਾਲ ਜਾਣ ਦੀ ਕੰਡੀਸ਼ਨ ਵਿੱਚ ਨਹੀਂ ਸੀ। ਜਦੋਂ ਮੈਂ ਹਸਪਤਾਲ ਜਾਣ ਲੱਗੀ ਤਾਂ ਮੈਨੂੰ ਮਾਸੀ ਨੇ ਇੱਕ ਗੱਲ ਕਹੀ ਸੀ ਕਿ ਮੇਰੀ ਇੱਕ ਗੱਲ ਯਾਦ ਰੱਖੀ, ਦੁਨੀਆ ਭਾਵੇਂ ਇੱਧਰ ਤੋਂ ਉੱਧਰ ਹੋ ਜਾਵੇ ਪਰ ਤੂੰ ਕਿਸੇ ਡਾਕਟਰ ਤੋਂ ਪੈਸੇ ਨਹੀਂ ਲੈਣੇ ਅਤੇ ਨਾ ਹੀ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੈਂ ਮਾਸੀ ਦੀ ਗੱਲ ਨੂੰ ਦਿਮਾਗ ਵਿੱਚ ਰੱਖ ਕੇ ਹਸਪਤਾਲ ਜਾਣ ਲੱਗੀ। ਮੈਂ ਆਪਣੇ ਕੰਮ ਤੋਂ ਕੰਮ ਰੱਖਦੀ ਸੀ। ਇੱਕ ਸੀਨੀਅਰ ਨਰਸ ਸੀ ਜੋ ਮੈਨੂੰ ਕੰਮ ਦੱਸਦੀ ਸੀ। ਮੇਰੇ ਉੱਪਰ ਕੰਮ ਦਾ ਜ਼ਿਆਦਾ ਦਬਾਅ ਨਹੀਂ ਸੀ ਕਿਉਂਕਿ ਮੈਨੂੰ ਉਸ ਕੰਮ ਦਾ ਐਕਸਪੀਰੀਅੰਸ ਨਹੀਂ ਸੀ। ਬਸ ਮੈਂ ਮਰੀਜ਼ਾਂ ਦਾ ਖਿਆਲ ਰੱਖਦੀ ਸੀ ਅਤੇ ਜਿਵੇਂ ਹੀ ਕਿਸੇ ਮਰੀਜ਼ ਦੀ ਹਾਲਤ ਵਿਗੜਨ ਲੱਗਦੀ ਤਾਂ ਮੈਂ ਤੁਰੰਤ ਡਾਕਟਰ ਨੂੰ ਜਾਂ ਕਿਸੇ ਦੂਜੀ ਨਰਸ ਨੂੰ ਬੁਲਾ ਲਿਆਂਦੀ ਸੀ। ਇਸੇ ਤਰ੍ਹਾਂ ਹੀ ਬਹੁਤ ਦਿਨ ਲੰਘ ਗਏ ਸਨ। ਮੈਂ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਸੀ। ਇੱਕ ਦਿਨ ਇੱਕ ਘੱਟ ਉਮਰ ਦੀ ਅਤੇ ਬਹੁਤ ਸੋਹਣੀ ਨਰਸ ਮੇਰੇ ਕੋਲ ਆ ਕੇ ਬੈਠ ਗਈ ਅਤੇ ਕਹਿਣ ਲੱਗੀ, ਤੂੰ ਬੜੀ ਉਦਾਸ ਰਹਿੰਦੀ ਹੈ, ਅਜਿਹਾ ਲੱਗਦਾ ਹੈ ਕਿ ਤੂੰ ਕਿਸੇ ਗੱਲ ਤੋਂ ਪਰੇਸ਼ਾਨ ਹੈ। ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਪਤਾ ਨਹੀਂ ਕਿਉਂ ਅੱਜ ਮੇਰਾ ਦਿਲ ਬਹੁਤ ਦੁਖੀ ਸੀ। ਮੈਂ ਆਪਣੇ ਆਪ ਉੱਪਰ ਕਾਬੂ ਨਾ ਰੱਖ ਸਕੀ ਅਤੇ ਆਪਣੀ ਸਾਰੀ ਹੱਡ ਬੀਤੀ ਉਸ ਨੂੰ ਦੱਸ ਦਿੱਤੀ। ਉਹ ਕਹਿਣ ਲੱਗੀ, ਤੂੰ ਵੀ ਆਪਣੇ ਲਈ ਕੋਈ ਛੋਟੀ-ਮੋਟੀ ਨੌਕਰੀ ਲੱਭ ਲੈ। ਜੋ ਕੁੜੀਆਂ ਆਪਣੇ ਪੈਰਾਂ ਉੱਪਰ ਖੜੀਆਂ ਹੁੰਦੀਆਂ ਹਨ ਉਹ ਬਹੁਤ ਮਜ਼ਬੂਤ ਹੋ ਜਾਂਦੀਆਂ ਹਨ। ਬਲਕਿ ਤੂੰ ਅਜਿਹਾ ਕਰ, ਜਦੋਂ ਤੱਕ ਤੇਰੀ ਮਾਸੀ ਹਸਪਤਾਲ ਵਿੱਚ ਨਹੀਂ ਆਉਂਦੀ ਉਦੋਂ ਤੱਕ ਥੋੜ੍ਹਾ ਬਹੁਤਾ ਆਪਣੇ ਲਈ ਵੀ ਕਮਾ ਲੈ। ਮੈਂ ਕਿਹਾ, ਇਹ ਕਿਵੇਂ ਹੋ ਸਕਦਾ ਹੈ?
ਉਹ ਕਹਿਣ ਲੱਗੀ, ਤੂੰ ਲੇਬਰ ਰੂਮ ਦੀ ਸਫਾਈ ਕਰਿਆ ਕਰ, ਮੈਂ ਤੈਨੂੰ ਸਫਾਈ ਦੇ ਪੈਸੇ ਦੇ ਦੇਵਾਂਗੀ। ਉੱਥੋਂ ਦੀ ਨਰਸ ਛੁੱਟੀ 'ਤੇ ਹੈ। ਮੈਂ ਉਸ ਨਰਸ ਦੀ ਆਫਰ ਨੂੰ ਕਬੂਲ ਕਰ ਲਿਆ, ਪਰ ਮੈਂ ਮਾਸੀ ਤੋਂ ਇਹ ਗੱਲ ਲੁਕੋ ਲਈ ਸੀ। ਹੁਣ ਮੈਂ ਰੋਜ਼ ਲੇਬਰ ਰੂਮ ਦੀ ਸਫਾਈ ਕਰਦੀ, ਨਰਸ ਦੀ ਹਦਾਇਤ ਦੇ ਮੁਤਾਬਿਕ ਉੱਥੇ ਰੱਖੀਆਂ ਕੂੜੇ ਦੀਆਂ ਥੈਲੀਆਂ ਨੂੰ ਬਾਹਰ ਸੁੱਟ ਦਿੰਦੀ ਅਤੇ ਬਦਲੇ ਵਿੱਚ ਉਹ ਮੈਨੂੰ 1000 ਰੁਪਏ ਦੇ ਦਿੰਦੀ ਸੀ। ਇੱਕ ਹੀ ਹਫ਼ਤੇ ਵਿੱਚ ਮੈਂ 18,000 ਰੁਪਏ ਜਮ੍ਹਾਂ ਕਰਨ ਦੇ ਕਾਬਿਲ ਹੋ ਚੁੱਕੀ ਸੀ। ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਇੰਨੇ ਛੋਟੇ ਕੰਮ ਦੇ ਬਦਲੇ ਇੰਨੇ ਪੈਸੇ ਮਿਲਦੇ ਹਨ, ਪਰ ਮੈਂ ਸੋਚਣ ਲਈ ਮਜਬੂਰ ਸੀ ਕਿ ਆਖਰ ਉਹਨਾਂ ਕੂੜੇ ਦੀਆਂ ਥੈਲੀਆਂ ਵਿੱਚ ਅਜਿਹਾ ਕੀ ਹੁੰਦਾ ਹੈ ਕਿ ਉਹ ਨਰਸ ਮੈਨੂੰ ਸਭ ਤੋਂ ਲੁਕ ਕੇ ਇਹ ਕੰਮ ਕਰਨ ਲਈ ਕਹਿੰਦੀ ਹੈ। ਰੋਜ਼ ਮੇਰਾ ਕੰਮ ਵੱਧਦਾ ਹੀ ਜਾ ਰਿਹਾ ਸੀ। ਇੱਕ ਦਿਨ ਮੈਂ ਦੇਖਿਆ ਕਿ ਇੱਕ ਵੱਡੀ ਸਾਰੀ ਗੱਡੀ ਉਹਨਾਂ ਕੂੜੇ ਦੀਆਂ ਥੈਲੀਆਂ ਨੂੰ ਚੁੱਕ ਰਹੀ ਹੈ। ਉਹ ਗੱਡੀ ਬਹੁਤ ਸੋਹਣੀ ਸੀ ਅਤੇ ਉਹ ਕੂੜਾ ਚੁੱਕਣ ਵਾਲੀ ਤਾਂ ਬਿਲਕੁਲ ਵੀ ਨਹੀਂ ਸੀ। ਹੁਣ ਮੈਨੂੰ ਲੱਗਿਆ ਕਿ ਗੱਲ ਇੰਨੀ ਸਿੱਧੀ ਵੀ ਨਹੀਂ ਹੈ ਜਿੰਨੀ ਮੈਨੂੰ ਲੱਗ ਰਹੀ ਹੈ। ਜ਼ਰੂਰ ਇਸ ਵਿੱਚ ਕੋਈ ਰਾਜ ਲੁਕਿਆ ਹੋਵੇਗਾ। ਮਜਬੂਰ ਹੋ ਕੇ ਇਸ ਵਾਰ ਮੈਂ ਥੈਲੀ ਨੂੰ ਖੋਲ੍ਹ ਕੇ ਦੇਖਿਆ ਤਾਂ ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ। ਉਹਨਾਂ ਦੇ ਅੰਦਰ ਤਾਂ ਹਸਪਤਾਲ ਦੀਆਂ ਮਹਿੰਗੀਆਂ ਦਵਾਈਆਂ ਅਤੇ ਟੀਕੇ ਸਨ। ਇਹ ਇੱਕ ਸਰਕਾਰੀ ਹਸਪਤਾਲ ਸੀ। ਇੱਥੇ ਗਰੀਬ ਲੋਕਾਂ ਦਾ ਮੁਫਤ ਵਿੱਚ ਇਲਾਜ ਕੀਤਾ ਜਾਂਦਾ ਸੀ। ਪਰ ਕੁਝ ਦਿਨਾਂ ਤੋਂ ਹਸਪਤਾਲ ਵਿੱਚੋਂ ਇਹ ਖਬਰ ਆ ਰਹੀ ਸੀ ਕਿ ਇੱਥੇ ਦਵਾਈਆਂ ਅਤੇ ਟੀਕੇ ਵਗੈਰਾ ਘਟਣ ਲੱਗੇ ਹਨ। ਸੀਨੀਅਰ ਡਾਕਟਰਾਂ ਦਾ ਤਾਂ ਇਹੀ ਖਿਆਲ ਸੀ ਕਿ ਸ਼ਾਇਦ ਮਰੀਜ਼ ਬਹੁਤ ਜ਼ਿਆਦਾ ਆਉਣ ਲੱਗੇ ਹਨ, ਜਿਸ ਕਰਕੇ ਸਾਰੀਆਂ ਦਵਾਈਆਂ ਖਤਮ ਹੋ ਰਹੀਆਂ ਹਨ। ਪਰ ਮੈਂ ਹੁਣ ਦੇਖਿਆ ਸੀ ਕਿ ਉਹ ਦਵਾਈਆਂ ਕਿਉਂ ਘਟ ਰਹੀਆਂ ਸਨ। ਲੋਕਾਂ ਨੂੰ ਫ੍ਰੀ ਦਵਾਈ ਨਹੀਂ ਦਿੱਤੀ ਜਾਂਦੀ ਸੀ, ਬਲਕਿ ਪਰਚੀ ਬਣਾ ਕੇ ਦੇ ਦਿੱਤੀ ਜਾਂਦੀ ਸੀ, ਜਿਸ ਉੱਪਰ ਦਵਾਈਆਂ ਲਿਖੀਆਂ ਹੁੰਦੀਆਂ ਸਨ, ਜੋ ਕਿ ਉਹਨਾਂ ਨੂੰ ਆਪ ਹੀ ਖਰੀਦਣੀਆਂ ਪੈ ਰਹੀਆਂ ਸਨ। ਹੁਣ ਮੈਨੂੰ ਸਾਰਾ ਖੇਲ ਸਮਝ ਆ ਗਿਆ ਸੀ। ਨਰਸ ਮੇਰੇ ਤੋਂ ਗੈਰ ਕਾਨੂੰਨੀ ਕੰਮ ਕਰਵਾ ਰਹੀ ਸੀ। ਉਹ ਦਵਾਈਆਂ ਅਤੇ ਇੰਜੈਕਸ਼ਨਾਂ ਨੂੰ ਬਾਹਰ ਭਿਜਵਾ ਦਿੰਦੀ ਸੀ, ਜੋ ਇੱਕ ਗੱਡੀ ਆ ਕੇ ਲੈ ਜਾਂਦੀ ਸੀ। ਜ਼ਰੂਰ ਇਹਨਾਂ ਦਵਾਈਆਂ ਨੂੰ ਕਿਸੇ ਦੂਜੀ ਜਗ੍ਹਾ 'ਤੇ ਵੇਚ ਕੇ ਲੱਖਾਂ ਰੁਪਏ ਕਮਾਏ ਜਾ ਰਹੇ ਸਨ। ਇਸ ਕਰਕੇ ਬਹੁਤ ਸਾਰੇ ਗਰੀਬ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਮੈਂ ਵੀ ਸੋਚ ਲਿਆ ਸੀ ਕਿ ਇਸ ਗੈਰ ਕਾਨੂੰਨੀ ਕੰਮ ਵਿੱਚ ਉਸ ਨਰਸ ਦਾ ਸਾਥ ਨਹੀਂ ਦੇਵਾਂਗੀ, ਭਾਵੇਂ ਦੁਨੀਆ ਇੱਧਰ ਤੋਂ ਉੱਧਰ ਕਿਉਂ ਨਾ ਹੋ ਜਾਵੇ। ਮੈਂ ਉਸ ਦਾ ਪਰਦਾਫਾਸ਼ ਕਰਕੇ ਹੀ ਰਹਾਂਗੀ। ਮੈਂ ਹਿੰਮਤ ਕਰਕੇ ਸੀਨੀਅਰ ਡਾਕਟਰ ਕੋਲ ਚਲੀ ਗਈ। ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਈ। ਉਸਨੇ ਪਹਿਲਾਂ ਤਾਂ ਇਹ ਗੱਲ ਕਿਸੇ ਨੂੰ ਦੱਸਣ ਤੋਂ ਮਨਾ ਕਰ ਦਿੱਤਾ। ਫਿਰ ਮੈਂ ਜਦੋਂ ਉਸ ਨੂੰ ਸਬੂਤ ਦਿੱਤਾ ਤਾਂ ਉਸਨੇ ਮੇਰਾ ਧੰਨਵਾਦ ਕੀਤਾ ਤੇ ਮੈਨੂੰ ਕਿਹਾ ਕਿ ਹਾਲੇ ਇਹ ਗੱਲ ਤੂੰ ਕਿਸੇ ਅੱਗੇ ਨਾ ਦੱਸੀ, ਮੈਂ ਉਸ ਨੂੰ ਪੁਲਿਸ ਦੇ ਹਵਾਲੇ ਕਰਵਾ ਦੇਵਾਂਗੀ। ਸੀਨੀਅਰ ਡਾਕਟਰ ਨੇ ਪਹਿਲਾਂ ਤੋਂ ਹੀ ਪੁਲਿਸ ਨੂੰ ਬੁਲਾ ਲਿਆ ਸੀ। ਜਦੋਂ ਨਰਸ ਨੇ ਮੈਨੂੰ ਕੂੜੇ ਵਾਲੀ ਥੈਲੀ ਸੁੱਟਣ ਨੂੰ ਕਿਹਾ ਤਾਂ ਡਾਕਟਰ ਨੇ ਪੁਲਿਸ ਨੂੰ ਇਸ਼ਾਰਾ ਕਰ ਦਿੱਤਾ ਸੀ। ਤਲਾਸ਼ੀ ਲਈ ਤਾਂ ਅੰਦਰ ਤੋਂ ਦਵਾਈਆਂ ਅਤੇ ਇੰਜੈਕਸ਼ਨ ਬਰਾਮਦ ਹੋਏ ਸਨ। ਉਸ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਕਿਉਂਕਿ ਮੈਂ ਡਾਕਟਰ ਦੀ ਮਦਦ ਕੀਤੀ ਸੀ ਅਤੇ ਸਰਕਾਰੀ ਦਵਾਈਆਂ ਗੈਰ ਕਾਨੂੰਨੀ ਤਰੀਕੇ ਨਾਲ ਵੇਚਣ ਦੇ ਧੰਦੇ ਨੂੰ ਬੇਨਕਾਬ ਕੀਤਾ ਸੀ। ਇਸ ਲਈ ਮੈਨੂੰ ਹਸਪਤਾਲ ਵੱਲੋਂ 5 ਲੱਖ ਰੁਪਏ ਦਾ ਇਨਾਮ ਮਿਲਿਆ ਅਤੇ ਨਾਲ ਹੀ ਮੈਨੂੰ ਨਰਸ ਦੀ ਨੌਕਰੀ ਦੀ ਆਫਰ ਵੀ ਮਿਲ ਗਈ ਸੀ। ਮੈਂ ਬਹੁਤ ਖੁਸ਼ ਸੀ। ਮੈਂ ਇਹ ਗੱਲ ਜਦੋਂ ਮਾਸੀ ਅਤੇ ਮੰਮੀ ਨੂੰ ਦੱਸੀ ਤਾਂ ਉਹ ਵੀ ਬਹੁਤ ਖੁਸ਼ ਹੋ ਗਏ। ਫਿਰ ਮੰਮੀ ਨੇ ਕਿਹਾ, ਹੁਣ ਅਸੀਂ ਆਪਣੇ ਘਰ ਵਾਪਸ ਚਲੇ ਜਾਂਦੇ ਹਾਂ ਕਿਉਂਕਿ ਸਾਡੇ ਕੋਲ ਇੰਨੇ ਪੈਸੇ ਜਮ੍ਹਾਂ ਹੋ ਗਏ ਹਨ ਕਿ ਅਸੀਂ ਆਰਾਮ ਨਾਲ ਆਪਣਾ ਗੁਜ਼ਰ ਬਸਰ ਕਰ ਸਕੀਏ। ਹੁਣ ਮਾਸੀ ਵੀ ਠੀਕ ਹੋ ਗਈ ਸੀ, ਇਸ ਲਈ ਉਹ ਹਸਪਤਾਲ ਜਾਣ ਲੱਗੀ। ਅਸੀਂ ਦੋਵੇਂ ਮਾਵਾਂ ਧੀਆਂ ਆਪਣੇ ਘਰ ਵਾਪਸ ਆ ਗਈਆਂ। ਮੈਂ ਵੀ ਮੇਰੇ ਸ਼ਹਿਰ ਵਿੱਚ ਨਰਸ ਦਾ ਕੋਰਸ ਕਰਨ ਲੱਗੀ ਸੀ। ਵੀਰ ਜੀ ਅਤੇ ਭਾਬੀ ਸਾਡੇ ਆਉਣ 'ਤੇ ਪਰੇਸ਼ਾਨ ਹੋਏ ਸਨ। ਭਾਬੀ ਦੀ ਡਿਲੀਵਰੀ ਦਾ ਟਾਈਮ ਵੀ ਨੇੜੇ ਸੀ, ਪਰ ਫਿਰ ਵੀ ਇਹਨਾਂ ਦਿਨਾਂ ਵਿੱਚ ਉਹ ਸਾਡੇ ਨਾਲ ਜ਼ੁਬਾਨ ਲੜਾਉਣ ਤੋਂ ਬਾਜ਼ ਨਹੀਂ ਆਉਂਦੀ ਸੀ। ਪਰ ਹੁਣ ਕਿਉਂਕਿ ਮੈਂ ਵੀ ਆਪਣਾ ਕੰਮ ਕਰਦੀ ਸੀ ਤਾਂ ਮੈਨੂੰ ਉਹਨਾਂ ਦੀ ਪਰਵਾਹ ਬਿਲਕੁਲ ਵੀ ਨਹੀਂ ਸੀ। ਮੰਮੀ ਨੇ ਵੀ ਵੀਰ ਜੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ, ਜੇਕਰ ਤੂੰ ਇਹ ਘਰ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਜੀ ਸਦਕੇ ਜਾ ਸਕਦਾ ਹੈ, ਹੁਣ ਸਾਨੂੰ ਤੇਰੀ ਜ਼ਰੂਰਤ ਨਹੀਂ ਹੈ। ਵੀਰ ਜੀ ਤਾਂ ਇਹ ਗੱਲ ਸੁਣ ਕੇ ਘਬਰਾ ਗਿਆ ਸੀ ਕਿਉਂਕਿ ਇੰਨੀ ਮਹਿੰਗਾਈ ਦੇ ਦੌਰ ਵਿੱਚ ਘਰ ਦੇ ਕਿਰਾਏ ਦੇਣਾ ਆਸਾਨ ਗੱਲ ਨਹੀਂ ਹੈ। ਇਸ ਲਈ ਉਹ ਮਾਸੂਮ ਜਿਹਾ ਬਣ ਕੇ ਮੰਮੀ ਤੋਂ ਮਾफ़ੀ ਮੰਗਣ ਲੱਗਿਆ। ਮੈਨੂੰ ਸਮਝ ਆ ਗਿਆ ਸੀ ਉਹਨਾਂ ਨੇ ਪਹਿਲਾਂ ਘਰ ਛੱਡਣ ਦਾ ਨਾਟਕ ਸਿਰਫ ਇਸ ਲਈ ਕੀਤਾ ਸੀ ਤਾਂ ਜੋ ਉਹਨਾਂ ਨੂੰ ਸਾਡਾ ਖਰਚਾ ਨਾ ਚੁੱਕਣਾ ਪਵੇ, ਜਦੋਂ ਕਿ ਉਹਨਾਂ ਦਾ ਇਸ ਘਰ ਨੂੰ ਛੱਡਣ ਦਾ ਕੋਈ ਇਰਾਦਾ ਹੀ ਨਹੀਂ ਸੀ। ਕੁਝ ਸਾਲਾਂ ਬਾਅਦ ਜਦੋਂ ਮੈਂ ਵੀ ਕਮਾਈ ਕਰਨ ਲੱਗੀ
ਤਾਂ ਵੀਰ ਜੀ ਅਤੇ ਭਾਬੀ ਮੇਰੇ ਅੱਗੇ ਪਿੱਛੇ ਘੁੰਮਣ ਲੱਗੇ। ਮੈਂ ਵੀ ਉਹਨਾਂ ਨੂੰ ਮਾफ़ ਕਰ ਦਿੱਤਾ ਸੀ, ਕਿਉਂਕਿ ਮੇਰੀ ਜ਼ਿੰਦਗੀ ਵਿੱਚ ਹੁਣ ਕਿਸੇ ਵੀ ਫालतू ਚੀਜ਼ ਦੀ ਬਿਲਕੁਲ ਜਗ੍ਹਾ ਨਹੀਂ ਸੀ। ਮੇਰੇ ਖਿਆਲ ਵਿੱਚ ਜੇਕਰ ਕੋਈ ਸਾਡੇ ਨਾਲ ਬੁਰਾ ਕਰਦਾ ਹੈ ਅਤੇ ਅਸੀਂ ਉਸ ਨੂੰ ਮਾफ़ ਕਰ ਦੇਵਾਂਗੇ ਤਾਂ ਇਹ ਉਹਨਾਂ ਉੱਪਰ ਅਹਿਸਾਨ ਨਹੀਂ ਹੁੰਦਾ, ਬਲਕਿ ਸਾਡਾ ਆਪਣੇ ਉੱਪਰ ਹੀ ਅਹਿਸਾਨ ਹੁੰਦਾ ਹੈ। ਮੇਰੀ ਮੰਮੀ ਨੇ ਉਹਨਾਂ ਦੋਵਾਂ ਨੂੰ ਮਾफ़ ਕਰ ਦਿੱਤਾ ਸੀ ਅਤੇ ਮੈਂ ਹੁਣ ਘਰ ਦੇ ਕੰਮ ਲਈ ਇੱਕ ਨੌਕਰਾਣੀ ਵੀ ਰੱਖ ਲਈ ਸੀ। ਭਾਬੀ ਵੀ ਬਹੁਤ ਸ਼ਰਮਿੰਦਾ ਰਹਿੰਦੀ ਸੀ। ਉਹ ਤਾਂ ਸਾਡੇ ਨਾਲ ਨਜ਼ਰਾਂ ਮਿਲਾਉਣ ਦੇ ਕਾਬਿਲ ਵੀ ਨਹੀਂ ਸੀ। ਮੈਂ ਅਤੇ ਮੰਮੀ ਦੋਵੇਂ ਆਰਾਮ ਨਾਲ ਰਹਿੰਦੇ ਸੀ। ਸਾਨੂੰ ਕਿਸੇ ਦੇ ਅਹਿਸਾਨ ਦੀ ਕੋਈ ਜ਼ਰੂਰਤ ਨਹੀਂ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।